ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਡਿਪਾਰਟਮੈਂਟਸ ਆਫ ਐਨ ਆਫਿਸ ਕਰ ਰਹੇ ਸੀ ਐਂਡ ਉਹਦੇ ਵਿੱਚ ਆਪਾਂ ਨੈਕਸਟ ਟੌਪਿਕ ਕਰਨਾ ਹੈ ਜਿਹੜਾ ਮੈਥਡਸ ਆਫ ਡਿਪਾਰਟਮੈਂਟੇਸ਼ਨ, ਕਿ ਕਿਹੜੇ ਮੈਥਡ ਆ ਜਿਹਦੇ ਨਾਲ ਆਪਾਂ ਡਿਪਾਰਟਮੈਂਟ ਵੰਡੀ ਦੇ ਆ। ਠੀਕ ਆ, ਕਿ ਕਿਹੜੇ ਬੇਸਿਸ 'ਤੇ ਆਪਾਂ ਡਿਪਾਰਟਮੈਂਟਸ ਨੂੰ ਵੰਡ ਸਕਦੇ ਹਾਂ। ਫਸਟ ਆਫ ਆਲ ਇਹਦੇ ਵਿੱਚ ਕੀ ਆ, ਬਾਈ ਟੈਰੀਟਰੀ, ਸੈਕਿੰਡ ਵਨ ਇਜ਼ ਬਾਈ ਪ੍ਰੋਡਕਟ, ਥਰਡ ਵਨ ਇਜ਼ ਬਾਈ ਫੰਕਸ਼ਨਸ ਐਂਡ ਫੋਰਥ ਵਨ ਇਜ਼ ਬਾਈ ਨੰਬਰਸ। ਠੀਕ ਹੈ, ਫਸਟ ਦੇ ਵਿੱਚ ਵੇਖੋ ਹੁਣ ਬਾਏ ਟੈਰੀਟਰੀ ਦੇ ਵਿੱਚ ਹੋ ਗਿਆ, ਇਟ ਇਜ਼ ਯੂਜ਼ਡ ਵੇਅਰ ਏਰੀਆ ਆਫ ਆਪਰੇਸ਼ਨ ਇਜ਼ ਬਿਗਰ ਐਂਡ ਇਜ਼ ਇਨ ਫਾਰ ਆਫ ਸਿਚੁਏਸ਼ਨ ਦ ਐਕਟੀਵਿਟੀਜ਼ ਆਰ ਡਿਵਾਈਡਡ ਇਨਟੂ ਰੀਜਨਸ ਐਂਡ ਇਟ ਹੈਲਪਸ ਅਚੀਵਿੰਗ ਇਕੋਨਮੀ। ਬੱਚੇ ਕੀ ਕਹਿੰਦੇ ਕਿ ਟੈਰੀਟਰੀ ਦਾ ਮਤਲਬ ਇਹ ਆ ਕਿ ਜਦੋਂ ਆਪਣੀ ਆਰਗੇਨਾਈਜੇਸ਼ਨ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਹੈ ਤਾਂ ਆਪਾਂ ਵੱਖ-ਵੱਖ ਰੀਜਨਸ ਵੰਡ ਦਈਦਾ ਵਾ। ਰੀਜਨਸ ਦਾ ਮਤਲਬ ਹੁੰਦਾ ਵਾ ਕਿ ਨਾਰਥ ਰੀਜਨ ਇੱਕ ਪਾਸੇ ਲੈ ਆਂਦਾ, ਸਾਊਥ ਰੀਜਨ ਅਲੱਗ ਕਰਤਾ, ਈਸਟ ਰੀਜਨ ਵੱਖ ਕਰਤਾ, ਨਾਰਥ ਸਾਊਥ ਵੈਸਟ ਈਸਟ ਸਾਰੇ ਰੀਜਨ ਕੀ ਕਰਤੇ ਵੱਖ ਕਰਤੇ ਐਂਡ ਇਹਨਾਂ ਦੇ ਵੱਖ ਹੈੱਡ ਬਣਾਤੇ। ਕਿਉਂ ਹੈੱਡ ਬਣਾਤੇ? ਤਾਂ ਜੋ ਹਰ ਕੋਈ ਰੀਜਨ ਆਪੋ ਆਪਣੀ ਕੀ ਕਰ ਸਕੇ, ਗੋਲਸ ਨੂੰ ਅਚੀਵ ਕਰ ਸਕੇ। ਠੀਕ ਹੈ, ਓਨਲੀ ਦ ਗੁੱਡਸ ਰਿਲੇਟਡ ਟੂ ਦੈਟ ਰੀਜਨ ਆਰ ਸੈਂਟ ਫॉर ਸੇਲਸ ਹੂ ਹੈਜ਼ ਟੂ ਸੈਟਿਸਫਾਈ ਦ ਕਸਟਮਰ ਐਂਡ ਜਿਹੜੇ ਰੀਜਨ 'ਚ ਗੁੱਡ ਬਣੀਆਂ ਉਹ ਰੀਜਨ ਦੇ ਵਿੱਚ ਕੀ ਹੋ ਗਈਆਂ, ਗੁੱਡਸ ਨੂੰ ਟਰਾਂਸਫਰ ਕੀਤਾ ਜਾਊਗਾ ਤਾਂ ਜੋ ਕਸਟਮਰਸ ਨੂੰ ਦਿੱਤੀਆਂ ਜਾਣ। ਠੀਕ ਹੈ, ਲੋਕਲ ਫੋਰਸ ਆਫ ਸੇਲਸਮੈਨਸ ਕੈਨ ਬੀ ਯੂਜ਼ ਟੂ ਬੀ ਮੋਰ ਇਫੈਕਟਿਵ। ਕਹਿੰਦੇ ਕਿ ਜਿਹੜੇ ਲੋਕਲ ਬੰਦੇ ਆ ਉਹ ਸੇਲਸ ਕਰ ਸਕਦੇ ਆ। ਕਿਉਂਕਿ ਲੋਕਲ ਵਾਲੇ ਹੀ, ਜਿੱਦਾਂ ਸਾਊਥ ਦੇ ਵਿੱਚ ਜਿਹੜੇ ਸਾਊਥ ਦੇ ਆ ਉਹ ਸਾਊਥ ਦੇ ਕੀ ਕਰਨਗੇ ਸੇਲ ਕਰਨਗੇ ਸਾਊਥ ਦੇ ਲੋਕ। ਠੀਕ ਹੈ, next one is that by product, this method can be adopted by big institutions only। obviously डिपार्टमेंट कौन यूज़ करूगा? डिपार्टमेंट उदी बनाई जाएंगे जो ऑर्गेनाइजेशन की होगी बहुत वड्डी होगी। ठीक है, एंड जो ऑर्गेनाइजेशन बहुत वड्डी होगी दैट मीनस कि वो डिपार्टमेंट्स बननगे ही बननगे। Such a production of item A, B or C, these all will have their own departments again based on the functions as above। Then there will be a different department that will continue all the efforts of all the departments with under chief executives of board of directors। कहता दूजा होंदा बाय प्रोडक्ट। ਬਾਈ ਪ੍ਰੋਡਕਟ ਦਾ ਮਤਲਬ ਹੁੰਦਾ ਵਾ ਕਿ ਤੁਸੀਂ ਇੱਕ ਪ੍ਰੋਡਕਟ ਏ ਬਣਾਉਂਦੇ ਜੋ, ਬੀ ਪ੍ਰੋਡਕਟ ਬਣਾਉਂਦੇ, ਸੀ ਪ੍ਰੋਡਕਟ ਬਣਾਉਂਦੇ। ਦੈਟ ਮੀਨਸ ਤਿੰਨ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਬਣਾਉਂਦੇ। ਜੋ ਇੱਕੋ ਕੰਪਨੀ ਆ ਤਿੰਨ ਤਰ੍ਹਾਂ ਦੇ ਵੱਖ-ਵੱਖ ਪ੍ਰੋਡਕਟ ਬਣਾਉਂਦੀ ਐਂਡ ਤਿੰਨਾਂ ਦਾ ਵੱਖ-ਵੱਖ ਹੀ ਡਿਪਾਰਟਮੈਂਟ ਹੋਊਗਾ। ਸਮਝ ਆਈ? ਐਂਡ ਕਹਿੰਦੇ ਇਹਦੇ ਬੇਸਿਸ 'ਤੇ ਵੀ ਆਪਾਂ ਡਿਪਾਰਟਮੈਂਟੇਸ਼ਨ ਕਰੀਦੀ ਹੈ। ਠੀਕ ਹੈ, ਥਰਡ ਵਨ ਇਜ਼ ਦੈਟ ਬਾਈ ਫੰਕਸ਼ਨਸ। ਗਰੁੱਪਸ ਆਰ ਡਿਪਾਰਟਮੈਂਟਸ ਆਰ ਬੇਸਡ ਔਨ ਦ ਨੇਚਰ ਆਫ ਡਿਊਟੀਜ਼ ਟੂ ਬੀ ਪਰਫਾਰਮਡ। Same kind of activities are combined to a single unit and functions such as purchase, production, market, etc. may be brought under different departments। Similarly, office work may be divided into several departments such as cash, filing, correspondence, legal and reproduction etc। by functions ਦਾ ਮਤਲਬ ਕਿ ਜੋ ਫੰਕਸ਼ਨ ਆ, ਫੰਕਸ਼ਨ ਦਾ ਮਤਲਬ ਇਹ ਆ ਕਿ ਜੇ ਕਿਸੇ ਨੇ ਪ੍ਰੋਡਕਸ਼ਨ ਕਰਨੀ ਆ ਤਾਂ ਪ੍ਰੋਡਕਸ਼ਨ ਵਾਲਾ ਵੱਖ ਡਿਪਾਰਟਮੈਂਟ ਹੋਊਗਾ, ਜੇ ਕਿਸੇ ਨੇ ਸੇਲ ਕਰਨੀ ਆ ਸੇਲ ਵਾਲਿਆਂ ਦਾ ਵੱਖ ਡਿਪਾਰਟਮੈਂਟ ਹੋਊਗਾ, ਤੇ ਜੇ ਕਿਸੇ ਨੇ ਮਾਰਕੀਟਿੰਗ ਕਰਨੀ ਉਹਦਾ ਵੱਖ ਡਿਪਾਰਟਮੈਂਟ ਹੋਊਗਾ। ਕਹਿੰਦੇ ਕਿ ਇਹਦੇ ਬੇਸਿਸ 'ਤੇ ਵੀ ਆਪਾਂ ਕੀ ਕਰਨਾ, ਜੇ ਕਿਸੇ ਨੇ ਕੋਈ ਪਰਚੇਸ ਕਰਨੀ ਉਹਦਾ ਵੀ ਕੀ ਹੋਊਗਾ, ਵੱਖ ਡਿਪਾਰਟਮੈਂਟ ਹੋਊਗਾ। ਕਹਿੰਦਾ ਕਿ ਇਹਦੇ ਬੇਸਿਸ 'ਤੇ ਆਪਾਂ ਕੀ ਕਰ ਸਕਦੇ, ਡਿਪਾਰਟਮੈਂਟਸ ਨੂੰ ਵੰਡ ਸਕਦੇ। ਐਂਡ ਲਾਸਟ ਵਨ ਇਜ਼ ਦੈਟ ਬਾਈ ਨੰਬਰਸ। ਇਨ ਦਿਸ ਮੈਥਡ ਮੈਨ ਪਾਵਰ ਇਜ਼ ਡਿਵਾਈਡਡ ਇਨਟੂ ਸਮ ਗਰੁੱਪਸ ਐਂਡ ਆਰ ਪੁੱਟ ਅੰਡਰ ਦ ਮੈਨੇਜਮੈਂਟ ਆਫ ਐਨ ਐਗਜ਼ੀਕਿਊਟਿਵ। But this method is not prevalent now as number of specialization have increased, labor skills have increased, now persons in a type of work include on specialization not on number of workers। by numbers ਦਾ ਮਤਲਬ ਹੁੰਦਾ ਵਾ ਕਿ ਇਹਦੇ ਵਿੱਚ ਕਹਿੰਦੇ ਆ ਕਿ ਜਦੋਂ ਤੁਸੀਂ ਨੰਬਰ ਕਿ ਸੋਚ ਲਿਆ ਵਾ ਕਿ ਹਰ ਇੱਕ ਦੇ ਅੰਡਰ, ਹਰ ਇੱਕ ਮੈਨੇਜਰ ਦੇ ਅੰਡਰ ਕਿੰਨੇ ਵਰਕਰ ਆਉਣਗੇ, 10 ਵਰਕਰ ਆਉਣਗੇ। ਠੀਕ ਹੈ, ਜਦੋਂ ਮੈਨੇਜਰ ਦੇ ਅੰਡਰ 10 ਵਰਕਰ ਆ ਜਾਣਗੇ ਤੇ ਕਹਿੰਦੇ ਕਿ ਤੁਸੀਂ ਇਹ ਡਿਵਾਈਡ ਕੀਤਾ ਵਾ ਬਾਈ ਨੰਬਰਸ ਰਾਹੀਂ। ਬਾਈ ਨੰਬਰਸ ਰਾਹੀਂ ਕਿ ਜਿੱਦਾਂ ਆਪਾਂ ਕਲਾਸ ਦੇ ਨਾ ਟੀਚਰ ਦੇ ਇੱਕ ਟੀਚਰ ਦੇ ਅੰਦਰ 20 ਬੱਚੇ ਆਉਂਦੇ, ਦੈਟ ਮੀਨਸ ਕਿ ਬਾਈ ਨੰਬਰਸ ਦੇ ਨਾਲ ਆਪਾਂ ਕੀ ਕਰਨ ਦੇ ਆ, ਉਹਨਾਂ ਨੂੰ ਡਿਵਾਈਡ ਕਰਨ ਦੇ ਆ। ਠੀਕ ਹੈ, ਹੁਣ ਇਹਦੇ ਵਿੱਚ ਐਗਜ਼ਾਮਪਲ ਇਹਦੇ ਵਿੱਚ ਮੈਂ ਤੁਹਾਨੂੰ ਫਿਰ ਦੁਬਾਰਾ ਸਮਝਾਉਣ ਲੱਗੀ। ਕਹਿੰਦੇ ਕਿ ਡਿਪਾਰਟਮੈਂਟੇਸ਼ਨ ਨੂੰ ਆਪਾਂ ਕਿੱਦਾਂ ਵੰਡ ਸਕਦੇ ਹਾਂ, ਕਿ ਡਿਪਾਰਟਮੈਂਟ ਜੇ ਵੰਡਣੇ ਆ ਤਾਂ ਕਿਹੜੇ ਬੇਸਿਸ ਹੋਣੇ ਚਾਹੀਦੇ। ਕਹਿੰਦਾ ਫਸਟ ਆਫ ਆਲ ਰੀਜਨ ਦੇ ਬੇਸਿਸ 'ਤੇ ਤੁਸੀਂ ਵੰਡ ਸਕਦੇ ਹੋ ਕਿ ਜਦੋਂ ਤੁਹਾਡਾ ਆਰਗੇਨਾਈਜੇਸ਼ਨ ਬਹੁਤ ਵੱਡੀ ਆ, ਤੁਸੀਂ ਨਾਰਥ ਰੀਜਨ ਇੱਕ ਪਾਸੇ ਕਰਤਾ, ਸਾਊਥ ਰੀਜਨ, ਨਾਰਥ ਨੇ ਸਾਊਥ ਵੱਲ ਨਹੀਂ ਵੇਖਣਾ, ਸਾਊਥ ਨੇ ਨਾਰਥ ਵੱਲ ਨਹੀਂ ਵੇਖਣਾ। ਠੀਕ ਹੈ, ਐਂਡ ਨੈਕਸਟ ਵਨ ਇਜ਼ ਦੈਟ ਬਾਈ ਪ੍ਰੋਡਕਟ। ਜੋ ਤੁਸੀਂ ਇੱਕ ਆਰਗੇਨਾਈਜੇਸ਼ਨ ਜਿੰਨੇ ਪ੍ਰੋਡਕਟ ਬਣਾਉਂਦੀ ਆ ਹਰ ਇੱਕ ਪ੍ਰੋਡਕਟ ਦਾ ਵੱਖ ਡਿਪਾਰਟਮੈਂਟ ਹੋਊਗਾ। ਥਰਡ ਵਨ ਇਜ਼ ਬਾਈ ਫੰਕਸ਼ਨਸ ਦੇ ਰਾਹੀਂ ਵੀ ਤੁਸੀਂ ਵੰਡ ਸਕਦੇ ਜੋ। ਉਹ ਕਿੱਦਾਂ ਮੈਂ ਦੱਸਿਆ ਸੀ ਕਿ ਜੇ ਤੁਸੀਂ ਪ੍ਰੋਡਕਸ਼ਨ ਕਰ ਰਹੇ ਜੋ ਪ੍ਰੋਡਕਸ਼ਨ ਵਾਲਿਆਂ ਦਾ ਵੱਖ ਡਿਪਾਰਟਮੈਂਟ ਹੋਊਗਾ, ਜੇ ਤੁਸੀਂ ਸੇਲ ਕਰ ਰਹੇ ਹੋ ਸੇਲ ਵਾਲਿਆਂ ਦਾ ਵੱਖ ਡਿਪਾਰਟਮੈਂਟ ਹੋਊਗਾ। ਐਂਡ ਬਾਏ ਨੰਬਰਸ। ਠੀਕ ਹੈ, ਫੈਕਟਰਸ ਔਰ ਚੋਇਸ ਆਫ ਮੈਥਡ ਆਫ ਡਿਪਾਰਟਮੈਂਟੇਸ਼ਨ। ਕਹਿੰਦੇ ਕਿ ਕਿਹੜੇ ਬੇਸਿਸ 'ਤੇ ਆਪਾਂ ਨੂੰ ਚੋਇਸ ਕਰਨੀ ਚਾਹੀਦੀ, ਕਿਹੜੇ ਫੈਕਟਰਸ ਆ ਜਿਨ੍ਹਾਂ ਨੂੰ ਆਪਾਂ ਨੂੰ ਧਿਆਨ 'ਚ ਰੱਖ ਕੇ ਡਿਪਾਰਟਮੈਂਟ ਵੰਡਣੇ ਚਾਹੀਦੇ ਆ, ਕਿ ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਵੰਡਣੇ ਚਾਹੀਦੇ ਆ। ਫਸਟ ਆਫ ਆਲ ਇਕੋਨਮੀ ਦਾ ਮਤਲਬ ਸਸਤਾ। ਠੀਕ ਹੈ, ਇਕੋਨਮੀ ਇਨ ਕਾਸਟ ਆਫ ਆਪਰੇਸ਼ਨ ਇਜ਼ ਅਨਦਰ ਫੈਕਟਰ ਇਨ ਕੰਬਾਈਨਿੰਗ ਵੇਰੀਅਸ ਐਕਟੀਵਿਟੀਜ਼ ਨੇ ਗਰੁੱਪ। ਕਹਿੰਦਾ ਕਿ ਇਕੋਨਮੀ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਜਦੋਂ ਕਹਿੰਦਾ ਡਿਪਾਰਟਮੈਂਟ ਕਰਨ ਦਾ
ਤਾਂ ਹੀ ਫਾਇਦਾ ਵਾ ਕਿ ਜਦੋਂ ਉਹਨਾਂ ਡਿਪਾਰਟਮੈਂਟਸ ਕਰਨ ਦਾ ਇਹੀ ਮਤਲਬ ਆ ਕਿ ਉਹ ਕੀ ਹੋ ਜਾਂਦੇ ਆ, ਆਪਾਂ ਨੂੰ ਸਸਤਾ ਲੱਗਦਾ। ਕਿਉਂ? ਕਿਉਂਕਿ ਆਪਾਂ ਜਿਹੜਾ ਇੱਕ ਸਿੰਗਲ ਬੰਦਾ ਫੋਰ ਐਗਜ਼ਾਮਪਲ ਤੁਹਾਡੇ ਸਕੂਲ ਦੇ ਵਿੱਚ ਜੇ ਇੱਕੋ ਪ੍ਰਿੰਸੀਪਲ ਸਾਰੇ ਨਰਸਰੀ ਤੋਂ ਲੈ ਕੇ 12th ਤੱਕ ਕਲਾਸਿਸ ਨੂੰ ਨਹੀਂ ਦੇਖ ਸਕਦਾ, ਇੱਦਾਂ ਕੀ ਹੋਊਗਾ, ਤੁਹਾਡੇ ਸਾਰੇ ਬੱਚਿਆਂ ਦੀ ਕੀ ਆ ਕਿ ਬੱਚੇ ਵੀਕ ਹੋਣਗੇ। ਕਿਉਂਕਿ ਟੀਚਰ ਫਾਇਦਾ ਚੁੱਕਣਗੇ ਚੀਜ਼ ਦਾ। ਸੋ ਹਰ ਇੱਕ ਚੀਜ਼ ਦਾ ਕੀ ਆ, ਵੱਖ-ਵੱਖ ਡਿਪਾਰਟਮੈਂਟਸ ਬਣਾਏ ਆ ਤਾਂ ਜੋ ਉਹ ਚੀਜ਼ ਦੀ ਕੀ ਬੈਸਟ ਰਿਜ਼ਲਟਸ ਆ ਸਕਣ। ਅਤੇ ਇਕੋਨਮੀ ਦਾ ਮਤਲਬ ਇਹ ਆ ਕਿ ਘੱਟ ਤੋਂ ਘੱਟ ਕੋਸਟ ਦੇ ਵਿੱਚ ਤੁਹਾਨੂੰ ਬੈਸਟ ਤੋਂ ਬੈਸਟ ਰਿਜ਼ਲਟਸ ਮਿਲ ਸਕਣ। ਠੀਕ ਹੈ। ਕੰਟਰੋਲ ਅਤੇ ਬੈਟਰ ਕੰਟਰੋਲ ਡਿਪਾਰਟਮੈਂਟਸ ਤਾਂ ਬਣਾਏ ਗਏ ਆ ਤਾਂ ਜੋ ਇੱਕ ਕੀ ਹੋ ਸਕੇ, ਬੈਟਰ ਕੰਟਰੋਲ ਹੋ ਸਕੇ। ਠੀਕ ਹੈ ਜੀ। ਹਰ ਇੱਕ ਦੀਆਂ ਰਿਸਪੋਂਸੀਬਿਲਿਟੀਜ਼ ਹਰ ਇੱਕ ਨੂੰ ਪਤਾ ਹੋਣ ਕਿ ਮੈਂ ਕਿਹੜਾ ਕੰਮ ਕਦੋਂ ਕਰਨਾ ਵਾ ਅਤੇ ਕੰਟਰੋਲ ਵਧੀਆ ਹੋ ਸਕੇ। ਨੈਕਸਟ ਵਨ ਇਜ਼ ਦੈਟ ਆਬਜੈਕਟ ਵਾਈਲ ਕ੍ਰੀਏਟਿੰਗ ਡਿਪਾਰਟਮੈਂਟਸ ਆਬਜੈਕਟਸ ਆਫ ਐਨ ਐਂਟਰਪ੍ਰਾਈਜ਼ ਮਸਟ ਬੀ ਕੰਸੀਡਰਡ ਆਬਜੈਕਟਿਵਸ ਵਿਲ ਡਿਟਰਮਾਈਨ ਦ ਟਾਈਪਸ ਆਫ ਡਿਪਾਰਟਮੈਂਟ। ਬਟ ਆਬਜੈਕਟ ਦਾ ਮਤਲਬ ਆਬਜੈਕਟਿਵਸ, ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ, ਤੁਹਾਡਾ ਕੀ ਮੋਟਿਵ, ਕੀ ਆਰਗੇਨਾਈਜੇਸ਼ਨ ਦਾ ਜੇ ਮੋਟਿਵ ਕੀ ਆ ਕਿ ਉਹਨੇ ਕੀ ਕਰਨੀ, ਵੱਧ ਤੋਂ ਵੱਧ ਲੋਕਾਂ ਦੀ ਕੀ ਕਰਨੀ ਆ, ਸੇਵਾ ਕਰਨੀ। ਤਾਂ ਫਿਰ ਡਿਪਾਰਟਮੈਂਟ ਬਣਾਉਣ ਦਾ ਕੋਈ ਫਾਇਦਾ ਹੀ ਨਹੀਂ। ਕਿਉਂਕਿ ਸੇਵਾ ਕਰਨੀ ਉਹਦੇ ਵਿੱਚ ਕੋਈ ਉੱਥੇ ਹਰ ਇੱਕ ਨੂੰ ਇਹ ਹੈ ਕਿ ਸੇਵਾ ਕਰਨੀ, ਪਰ ਜੋ ਤੁਹਾਡਾ ਮੋਟਿਵ ਕੀ ਹੈ ਕਿ ਤੁਸੀਂ ਵੱਧ ਤੋਂ ਵੱਧ ਪ੍ਰੋਫਿਟ ਕਮਾਉਣਾ, ਫਿਰ ਤੁਹਾਨੂੰ ਡਿਪਾਰਟਮੈਂਟਸ ਦੀ ਲੋੜ ਪੈਣੀ ਹੀ ਪੈਣੀ ਆ। ਠੀਕ ਆ। ਕੀ ਐਕਟੀਵਿਟੀਜ਼ ਸੱਚ ਐਕਟੀਵਿਟੀਜ਼ ਮਸਟ ਬੀ ਪਲੇਸਡ ਇਨ ਏ ਸੈਪਰੇਟ ਡਿਪਾਰਟਮੈਂਟ ਅੰਡਰ ਦਾ ਸੁਪਰਵਿਜ਼ਨ ਐਂਡ ਕੰਟਰੋਲ ਆਫ ਚੀਫ ਐਗਜ਼ੀਕਿਊਟਿਵਸ। ਕਹਿੰਦੇ ਕਿ ਉਹ ਵਾਲੀਆਂ ਐਕਟੀਵਿਟੀਜ਼ ਡਿਪਾਰਟਮੈਂਟਸ ਤਾਂ ਕਰਕੇ ਬਣਾਏ ਜਾਂਦੇ ਕਿ ਜਿਹੜੇ ਤੁਹਾਡੇ ਕੀ ਐਕਟੀਵਿਟੀ, ਮਤਲਬ 3 ਪ੍ਰੋਡਕਟ ਆ ਤੁਹਾਡੇ, ਉਹਦੇ ਵਿੱਚੋਂ ਇੱਕ ਬੈਸਟ ਆ, ਹੈ ਨਾ, ਤੁਸੀਂ ਉਹਦੇ ਉੱਤੇ ਜ਼ਿਆਦਾ ਜ਼ੋਰ ਦਿਓਗੇ। ਅਤੇ ਕਹਿੰਦੇ ਡਿਪਾਰਟਮੈਂਟ ਤਾਂ ਕਰਕੇ ਬਣਾਏ ਜਾਂਦੇ ਆ ਤਾਂ ਜੋ ਤੁਸੀਂ ਆਪਣੀਆਂ ਜਿਹੜੀਆਂ ਮੇਨ ਐਕਟੀਵਿਟੀਜ਼ ਆ ਉਹਨਾਂ ਉੱਤੇ ਜ਼ਿਆਦਾ ਧਿਆਨ ਦੇ ਸਕੋ, ਅਤੇ ਜਿਹੜੀਆਂ ਨਹੀਂ ਮੇਨ ਉਹਨਾਂ ਉੱਤੇ ਘੱਟ ਧਿਆਨ ਦੇ ਸਕੋ। ਸਪੈਸ਼ਲਾਈਜੇਸ਼ਨ ਕਹਿੰਦੇ ਡਿਪਾਰਟਮੈਂਟ ਦੇ ਨਾਲ ਤੁਹਾਡੇ ਓਬਵੀਅਸਲੀ ਕੀ ਆ ਜਾਂਦੀ ਆ, ਸਪੈਸ਼ਲਾਈਜੇਸ਼ਨ ਆਈ ਜਾਂਦੀ। ਸਪੈਸ਼ਲਾਈਜੇਸ਼ਨ ਦਾ ਮਤਲਬ ਹੁੰਦਾ ਵਾ ਕਿ ਤੁਸੀਂ ਇੱਕੋ ਕੰਮ, ਜੇ ਪ੍ਰੋਡਕਸ਼ਨ ਵਾਲਾ ਵਾ ਪ੍ਰੋਡਕਸ਼ਨ ਹੀ ਕਰੀ ਜਾਂਦਾ, ਲੇਬਰ ਆ ਪ੍ਰੋਡਕਸ਼ਨ ਹੀ ਕਰੀ ਜਾਂਦੀ, ਤਾਂ ਉਹਦੇ ਵਿੱਚ ਕੀ ਹੋ ਜਾਊਗਾ, ਸਪੈਸ਼ਲਾਈਜ਼ਡ ਹੋ ਜਾਊਗਾ। ਹੁਣ ਮੈਂ ਕਾਮਰਸ ਦੀ ਟੀਚਰ ਹਾਂ, ਮੈਂ 10 ਸਾਲ ਕਾਮਰਸ ਦੀ ਪੜ੍ਹਾਈ ਜਾਊਂਗੀ, ਅਤੇ ਮੈਂ ਉਹਦੇ ਵਿੱਚ ਕੀ ਹੋ ਜਾਊਂਗੀ, ਸਪੈਸ਼ਲਾਈਜ਼ਡ ਹੋ ਜਾਊਂਗੀ, ਮੈਂ ਉਹਦੇ ਵਿੱਚ ਬਹੁਤ ਵਧੀਆ ਹੋ ਜਾਊਂਗੀ। ਸਪੈਸ਼ਲਾਈਜੇਸ਼ਨ ਦਾ ਮਤਲਬ ਇਹੀ ਹੁੰਦਾ ਨਾ ਕਿ ਆਪਾਂ ਉਹ ਚੀਜ਼ ਦੇ ਵਿੱਚ ਬਹੁਤ ਵਧੀਆ ਹੋ ਜਾਈਦਾ। And last one is that coordination. The work of all department has to be coordinated. For this, it is necessary to divide the activities and create departments in such a way so as to facilitate coordination. All departments must function under a component manager, usually called general manager. ਕਹਿੰਦੇ ਆ ਕਿ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ, ਜਿੱਦਾਂ ਸੇਲ ਡਿਪਾਰਟਮੈਂਟ ਦੀ ਆਪਸ ਕਿਹਦੇ ਨਾਲ ਹੋਣੀ ਚਾਹੀਦੀ, ਪ੍ਰੋਡਕਸ਼ਨ ਦੇ ਨਾਲ, ਪ੍ਰੋਡਕਸ਼ਨ ਦੀ ਕਿਹਦੇ ਨਾਲ ਹੋਣੀ ਚਾਹੀਦੀ, ਪਰਚੇਜ਼ ਦੇ ਨਾਲ। ਹੁਣ ਦੇਖੋ ਬੱਚੇ, ਪ੍ਰੋਡਕਸ਼ਨ ਵਾਲਿਆਂ ਨੂੰ ਇਹ ਕਿ 1000 ਯੂਨਿਟ ਬਣਾਉਣਾ, ਅਤੇ ਉਹਨੇ ਦੱਸਣਾ ਪਰਚੇਜ਼ ਵਾਲਿਆਂ ਨੂੰ ਕਿ ਤੁਸੀਂ ਹਰ ਯੂਨਿਟ ਹੀ ਪਰਚੇਜ਼ ਕਰਿਓ। ਕੋਆਰਡੀਨੇਸ਼ਨ ਦਾ ਮਤਲਬ ਆ ਕਿ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਕੰਮ ਕਰਨਾ। ਇਹ ਨਹੀਂ ਆ ਕਿ ਤੁਹਾਨੂੰ ਲੋੜ ਜ਼ਿਆਦਾ ਯੂਨਿਟਸ ਦੀ ਆ ਅਤੇ ਪਰਚੇਜ਼ ਵਾਲੇ ਨੇ ਘੱਟ ਸਮਾਨ ਪਰਚੇਜ਼ ਕੀਤਾ। ਕਹਿੰਦਾ ਹਰ ਇੱਕ ਦੇ ਨਾਲ, ਡਿਪਾਰਟਮੈਂਟ ਦੇ ਨਾਲ ਜਦੋਂ ਤੁਸੀਂ ਕੋਆਰਡੀਨੇਟ ਕਰੋਗੇ, ਫਿਰ ਹੀ ਤੁਹਾਡੀ ਆਰਗੇਨਾਈਜੇਸ਼ਨ ਇੱਕ ਬੈਟਰ ਆਰਗੇਨਾਈਜੇਸ਼ਨ ਬਣ ਸਕਦੀ ਆ। ਠੀਕ ਹੈ ਜੀ। ਇਹਦੇ ਵਿੱਚ ਫੈਕਟਰਸ ਔਰ ਚੋਇਸ ਆਫ ਮੈਥਡਸ ਆਫ ਡਿਪਾਰਟਮੈਂਟੇਸ਼ਨ। ਫੋਲੋਇੰਗ ਫੈਕਟਰਸ ਆਰ ਕੰਸੀਡਰਡ ਫॉर ਕ੍ਰੀਏਟਿੰਗ ਡਿਪਾਰਟਮੈਂਟਸ ਐਂਡ ਐਕਸਰਸਾਈਜ਼ ਦੇਅਰ ਇਨਫਲੂਐਂਸ। ਉਹੀ ਗੱਲ ਹੋਗੀ ਕਹਿੰਦੇ ਕਿ ਤੁਸੀਂ ਕਿਹੜੇ ਫੈਕਟਰਸ ਦਾ ਕਰਕੇ ਡਿਪਾਰਟਮੈਂਟਸ ਨੂੰ ਕੀ ਕਰ ਸਕਦੇ ਹੋ, ਜੋ ਵੰਡ ਸਕਦੇ ਜੀ। ਠੀਕ ਹੈ, ਕਿ ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਤੁਸੀਂ। ਠੀਕ ਹੈ ਬੱਚੇ, ਦੈਟਸ ਆਲ ਫॉर ਟੂਡੇ। ਇਹ ਆਪਾਂ ਅੱਜ ਫੈਕਟਰਸ ਵੀ ਕਰ ਲਏ ਨੇ। ਨੈਕਸਟ ਟੋਪਿਕ 'ਚ ਆਪਾਂ ਕੀ ਕਰਾਂਗੇ, ਸਟੈਪਸ ਇਨ ਡਿਪਾਰਟਮੈਂਟੇਸ਼ਨ।